सारिਆਂ ਨੂੰ ਜੈਮਸੀ ਦੀ। मेरा नाम रजनी गरेवाल आ। मैं सिख फैमिली ਨੂੰ बिलोंग करती हाँ। मैं रामा मंडी जलंधर की रहने वाली हाँ। मैं तुहानूं अपनी जिंदगी की बहुत वड्डी गवाही दस्सण जा रही हाँ। मेरी जिंदगी दे विच परमेश्वर यस्सु मसीह ने किद्दां चमत्कार किया। ईयर 2008 दे विच मेरी मैरिज हुई तो 2 साल बाद मैं अपने हसबैंड दे कोल कैनेडा वापस चली गई। ਜਦੋਂ ਅਸੀਂ ਉੱਥੇ ਦੋਨੋਂ ਇਕੱਠੇ ਹੋਏ ਤੇ ਬਹੁਤ ਜ਼ਿਆਦਾ ਸਾਡੀ ਲਾਈਫ ਵਧੀਆ ਸੀ। ਅਸੀਂ ਬਹੁਤ ਖੁਸ਼ ਸੀਗੇ। ਲੇਕਿਨ ਹੌਲੀ ਹੌਲੀ ਜਿੱਦਾਂ ਮੇਰੇ ਹਸਬੈਂਡ ਕਹਿੰਦੇ ਆਪਾਂ ਹੁਣ ਬੇਬੀ ਲਈ ਟਰਾਈ ਕਰਦੇ ਹਾਂ। ਬੇਬੀ ਸਾਡੇ ਜਿੱਦਾਂ 2 ਸਾਲ ਹੋਇਆ ਨਹੀਂ ਤੇ ਅਸੀਂ ਡਾਕਟਰ ਨੂੰ ਵੈਸੇ ਡਾਕਟਰ ਦੇ ਕੋਲ ਜਾ ਕੇ ਫੈਮਿਲੀ ਡਾਕਟਰ ਕੋਲ ਰੈਗੂਲਰ ਚੈੱਕਅਪ ਕਰਵਾਉਣ ਲਈ ਗਏ। ਤੇ ਅਸੀਂ ਜਦੋਂ ਡਾਕਟਰ ਨੂੰ ਚੈੱਕ ਕਰਵਾਇਆ ਕੈਨੇਡਾ ਤੇ ਉਹ ਡਾਕਟਰਸ ਕਹਿੰਦੇ ਇਹ ਤਾਂ ਤੁਹਾਡੇ ਅਡੀਨੋਮਾਇਓਮੀ ਆ ਬਿਮਾਰੀ ਇੱਕ ਇੱਦਾਂ ਦੀ ਹੈ ਇਹ ਕਿ ਜਿੱਦਾਂ ਜਿਹੜੀ ਰਸੌਲੀ ਹੁੰਦੀ ਆ ਉਹਨੂੰ ਤੇ ਸਰਜਰੀ ਕਰਕੇ ਬਾਹਰ ਕੱਢ ਦਿੰਦੇ ਆ। ਲੇਕਿਨ ਇਹ ਜੜ੍ਹਾਂ ਵਾਲੀ ਰਸੌਲੀ ਸੀਗੀ ਇਹਦਾ ਕੋਈ ਇਲਾਜ ਨਹੀਂ ਸੀਗਾ ਕਿਉਂਕਿ ਇਹ ਰਸੌਲੀ ਜੜ੍ਹਾਂ ਵਾਲੀ ਆ। ਤੇ ਉਹਦੇ ਲਈ ਸਿਰਫ ਮੈਨੂੰ ਪੇਨ ਕਿਲਰ ਦੇ ਦਿੱਤੀ। ਉਹ ਪੇਨ ਕਿਲਰ ਖਾ ਕੇ ਮੇਰੇ ਥੋੜ੍ਹੀ ਦੇਰ ਲਈ ਆਰਾਮ ਹੋ ਜਾਂਦਾ ਸੀ ਲੇਕਿਨ ਉਸ ਤੋਂ ਬਾਅਦ ਮੇਰੇ ਫਿਰ ਦੁਬਾਰਾ ਦਰਦ ਹੁੰਦੀ ਰਹਿੰਦੀ ਸੀ ਔਰ ਹੈਵੀ ਬਲੀਡਿੰਗ ਹੁੰਦੀ ਸੀ ਆਲ ਦਾ ਟਾਈਮ। ਤੇ ਫਿਰ ਅਸੀਂ ਇੱਦਾਂ ਹੀ ਕਰਦੇ ਕਰਦੇ ਅਸੀਂ ਡਾਕਟਰ ਆਪਣੇ ਸਰਜਨ ਦੇ ਕੋਲ ਗਏ ਜਿਹੜੇ ਸਪੈਸ਼ਲਿਸਟ ਡਾਕਟਰ ਆ ਉੱਥੇ ਉਹਨਾਂ ਦੇ ਕੋਲ ਗਏ ਤੇ ਉਹ ਕਹਿੰਦੇ ਤੁਹਾਡੇ ਜਿੱਦਾਂ ਬੱਚੇਦਾਨੀ ਦੇ ਵਿੱਚ ਜੜ੍ਹਾਂ ਵਾਲੀ ਰਸੌਲੀ ਆ ਇਹਦਾ ਜਿੱਦਾਂ ਟ੍ਰੀਟਮੈਂਟ ਨਹੀਂ ਹੈਗਾ ਕੋਈ। ਬਸ ਤੁਹਾਡੇ ਜਦੋਂ 40 ਸਾਲ ਦੀ ਏਜ ਹੋ ਗਈ ਫਿਰ ਅਸੀਂ ਯੂਟਰਸ ਰਿਮੂਵ ਕਰ ਸਕਦੇ ਹਾਂ ਅਦਰਵਾਈਜ਼ ਅਸੀਂ ਕੁਛ ਨਹੀਂ ਇਹਦੇ ਬਾਰੇ ਕਰ ਸਕਦੇ। ਤੇ ਅਸੀਂ ਕਿਹਾ ਨਹੀਂ ਅਸੀਂ ਇੱਦਾਂ ਬੇਬੀ ਸਾਨੂੰ ਚਾਹੀਦਾ ਆ ਅਸੀਂ ਵੇਟ ਥੋੜ੍ਹੀ ਕਰਨਾ 40 ਸਾਲ ਦੀ ਏਜ ਹੋ ਜਾਊਗੀ ਤਾਂ ਅਸੀਂ ਯੂਟਰਸ ਰਿਮੂਵ ਨਹੀਂ ਕਰਾਉਣੀ ਸਾਨੂੰ ਬੇਬੀ ਚਾਹੀਦਾ। ਮੇਰੇ ਹਸਬੈਂਡ ਕਹਿੰਦੇ ਜੇ ਤੁਹਾਨੂੰ ਬੇਬੀ ਚਾਹੀਦਾ ਫਿਰ ਤੁਸੀਂ ਇੰਡੀਆ ਜਾ ਕੇ ਤੁਸੀਂ IVF ਕਰਵਾ ਕੇ ਦੇਖ ਲਓ। ਜਦੋਂ ਅਸੀਂ ਇੰਡੀਆ ਆਏ ਇੱਥੇ ਰਾਮਾ ਮੰਡੀ ਆਪਣੇ ਜਲੰਧਰ ਮੰਮੀ ਉਹਨਾਂ ਦੇ ਘਰ ਤੇ ਜਦੋਂ ਇੱਥੇ ਆਏ ਇੱਥੇ ਗਿੱਲ ਹੌਸਪੀਟਲ ਆ ਮਾਡਲ ਟਾਊਨ 'ਚ ਡਾਕਟਰ ਸੋਨੀਆ ਉਹਨਾਂ ਨੇ ਮੇਰੇ IVF ਕੀਤਾ 4-5 ਮਹੀਨੇ ਉਹਨਾਂ ਨੇ ਮੇਰੇ ਟ੍ਰੀਟਮੈਂਟ ਕੀਤਾ। ਤੇ ਜਦੋਂ ਉਹਦੀ ਰਿਪੋਰਟ ਆਈ ਤੇ ਉਹਦੀ ਰਿਪੋਰਟ ਦੇਖ ਕੇ ਉਹਦੀ ਰਿਪੋਰਟ ਨੈਗੇਟਿਵ ਆ ਗਈ। ਡਾਕਟਰ ਨੇ ਸਾਨੂੰ ਆਫਿਸ 'ਚ ਬੁਲਾ ਕੇ ਡਾਕਟਰ ਨੇ ਕਿਹਾ ਕਿ ਤੁਹਾਡੀ ਰਿਪੋਰਟ ਨੈਗੇਟਿਵ ਆ ਤੁਹਾਡੇ ਬੇਬੀ ਨਹੀਂ ਹੋ ਸਕਦਾ। ਤੇ ਮੇਰੇ ਹਸਬੈਂਡ ਮੰਮੀ ਕਹਿੰਦੇ ਕਿ ਕਿਉਂ ਨਹੀਂ ਬੇਬੀ ਹੋ ਸਕਦਾ ਜਿੱਦਾਂ ਤੁਸੀਂ ਇੰਨਾ ਪੈਸਾ ਵੀ ਲੱਗ ਗਿਆ ਇੰਨਾ ਤੁਸੀਂ ਟ੍ਰੀਟਮੈਂਟ ਵੀ ਕੁੜੀ ਦੇ ਉੱਤੇ ਕੀਤਾ। ਤੇ ਡਾਕਟਰ ਕਹਿੰਦੇ ਕਿ ਇਹਦੀ ਰਸੌਲੀ ਜਿਹੜੀ ਆ ਉਹ ਯੂਟਰਸ ਦੇ ਵਿੱਚ ਜੜ੍ਹਾਂ ਵਾਲੀ ਰਸੌਲੀ ਆ ਉਹ ਇੱਦਾਂ ਦੀ ਬਿਮਾਰੀ ਬਣੀ ਹੋਈ ਆ। ਤੇ ਮੰਮੀ ਕਹਿੰਦੇ ਕਿ ਫਿਰ ਹੁਣ ਸਾਨੂੰ ਕੁਛ ਤਾਂ ਇਲਾਜ ਦੱਸੋ। ਕਹਿੰਦੇ ਕੋਈ ਇਲਾਜ ਨਹੀਂ ਹੈਗਾ ਤੁਸੀਂ ਆਪਣੀਆਂ ਰਿਪੋਰਟਸ ਵਾਪਸ ਲੈ ਜਾਓ। ਜਦੋਂ ਅਸੀਂ ਆਪਣੇ ਵਾਪਸ ਰਿਪੋਰਟਸ ਲੈ ਕੇ ਘਰ ਆ ਗਏ ਤੇ ਅਸੀਂ ਬਹੁਤ ਜ਼ਿਆਦਾ ਜਿੱਦਾਂ ਨਿਰਾਸ਼ ਹੋ ਗਏ। ਮੈਂ ਬਹੁਤ ਜ਼ਿਆਦਾ ਰੋਣ ਲੱਗ ਗਈ। ਮੈਂ ਡਿਪਰੈਸ਼ਨ 'ਚ ਚਲੇ ਗਈ ਸੀ। ਫਿਰ ਮੇਰੇ ਕੋਲ ਇੱਕ ਗੁੱਡਾ ਜਿਹਾ ਮੈਂ ਖਰੀਦਿਆ ਤੇ ਮੈਂ ਉਹ ਗੁੱਡੇ ਜਿਹੇ ਨੂੰ ਕੱਪੜੇ ਪਵਾ ਕੇ ਹਮੇਸ਼ਾ ਉਹਨੂੰ ਨਲਾ ਕੇ ਉਹਨੂੰ ਜਿੱਦਾਂ ਮੈਨੂੰ ਲੱਗਦਾ ਸੀਗਾ ਕਿ ਇਹ ਮੇਰਾ ਬੇਬੀ ਆ ਮੈਂ ਆਲਵੇਜ਼ ਗੁੱਡੇ ਦੇ ਨਾਲ ਖੇਲਦੀ ਰਹਿੰਦੀ ਸੀਗੀ। ਉਹਨੂੰ ਦੁੱਧ ਪਿਲਾਉਣਾ ਮੇਰੀ ਫੈਮਿਲੀ ਵੀ ਇੱਥੇ ਮੰਮੀ ਡੈਡੀ ਸੇਮ ਮੇਰੇ ਨਾਲ ਉੱਦਾਂ ਹੀ ਕਰਦੇ ਸੀ ਕਿ ਫਿਰ ਅਸੀਂ ਡਿਸੀਜ਼ਨ ਲਿਆ ਸੀ ਕਿ ਫਿਰ ਅਸੀਂ ਕੈਨੇਡਾ ਜਾ ਕੇ ਫਿਰ ਇੱਕ ਵਾਰੀ ਡਾਕਟਰਸ ਦੇ ਜਿਹੜੇ ਉੱਥੇ ਬਾਹਰ ਡਾਕਟਰ ਆ ਉਹਨਾਂ ਤੋਂ ਫਿਰ ਇੱਕ ਵਾਰੀ ਪੁੱਛ ਲੈਂਦੇ ਹਾਂ ਕੀ ਹੋ ਸਕਦਾ। ਤੇ ਜਦੋਂ ਉਹਨਾਂ ਦੇ ਕੋਲ ਵਾਪਸ ਫਿਰ ਜਦੋਂ ਗਏ ਤੇ ਉਹ ਕਹਿੰਦੇ IVF ਫਿਰ ਦੁਬਾਰਾ ਕਰਵਾ ਕੇ ਦੇਖ ਲਓ। ਅਸੀਂ ਕਿਹਾ IVF ਦਾ ਤਾਂ ਆਲਰੇਡੀ ਡਾਕਟਰ ਸੋਨੀਆ ਨੇ ਸਾਨੂੰ ਜਵਾਬ ਦੇ ਦਿੱਤਾ ਇੰਡੀਆ। ਤੇ ਉਹ ਕਹਿੰਦੇ ਕਿ ਕੋਈ ਗੱਲ ਨਹੀਂ ਫਿਰ ਤੁਸੀਂ ਪੇਨ ਕਿਲਰ ਖਾਈ ਜਾਓ ਇਹਦਾ ਕੋਈ ਇਲਾਜ ਨਹੀਂ ਹੈਗਾ ਤੇ ਨਹੀਂ ਤਾਂ ਤੁਹਾਡੀ ਯੂਟਰਸ ਰਿਮੂਵ ਕਰ ਸਕਦੇ ਹਾਂ। ਤੇ ਅਸੀਂ ਕਿਹਾ ਯੂਟਰਸ ਰਿਮੂਵ ਨਹੀਂ ਕਰਨੀ ਇੱਦਾਂ ਹੀ ਫਿਰ ਮੈਂ ਬਹੁਤ ਜ਼ਿਆਦਾ ਪਰੇਸ਼ਾਨ ਹੁੰਦੀ ਸੀਗੀ ਰੋਂਦੀ ਹੁੰਦੀ ਸੀਗੀ। ਲੇਕਿਨ ਫਿਰ ਸਾਨੂੰ ਕੋਈ ਭੈਣ ਭਰਾ ਮਿਲੇ ਜਿਨ੍ਹਾਂ ਨੇ ਸਾਨੂੰ ਖਾਂਬਰੇ ਚਰਚ ਬਾਰੇ ਦੱਸਿਆ ਅੰਕੁਰ ਨਰੂਲਾ ਬਾਰੇ। ਉਹ ਕਹਿੰਦੇ ਤੁਸੀਂ ਪਾਸਟਰ ਅੰਕੁਰ ਨਰੂਲਾ YouTube 'ਤੇ ਪਾ ਕੇ ਦੇਖੋ ਤੇ ਉਹਨਾਂ ਦੀਆਂ ਗਵਾਹੀਆਂ ਸੁਣੋ ਤੇ ਪ੍ਰਾਰਥਨਾ ਵੀ ਤੁਸੀਂ ਉਹਨਾਂ ਤੋਂ ਕਰਾ ਸਕਦੇ ਆ। ਅਸੀਂ ਉੱਤੇ YouTube 'ਤੇ ਪਾ ਕੇ ਦੇਖਿਆ ਤੇ ਜਦੋਂ ਪ੍ਰੀਚਿੰਗ ਸੁਣੀ ਪਾਪਾ ਦੀ ਤੇ ਗਵਾਹੀਆਂ ਸੁਣੀਆਂ ਲੋਕਾਂ ਦੇ ਬਹੁਤ ਜ਼ਿਆਦਾ ਇੱਥੇ ਬੇਬੀ ਹੋ ਰਹੇ ਸੀ। ਇੱਦਾਂ ਲਾਈਨ ਲਗਾ ਕੇ ਬੱਚਿਆਂ ਦੀਆਂ ਗਵਾਹੀਆਂ ਦਿੰਦੇ ਹੁੰਦੇ ਸੀ ਤਾਂ ਮੈਂ ਕਿਹਾ ਮੇਰੇ ਵੀ ਬੇਬੀ ਹੋ ਸਕਦਾ। ਮੈਂ ਬਹੁਤ ਖੁਸ਼ ਹੋ ਗਈ ਤੇ ਫਿਰ ਮੈਂ ਆਪਣੇ ਮੰਮਾ ਨੂੰ ਇੰਡੀਆ ਇੱਥੇ ਫ਼ੋਨ ਕੀਤਾ ਰਾਮਾ ਮੰਡੀ। ਮੈਂ ਕਿਹਾ ਮੰਮੀ ਤੁਸੀਂ ਖਾਂਬਰੇ ਚਰਚ ਜਾ ਕੇ ਆਓ ਮੇਰੇ ਲਈ ਤੇ ਮੈਂ ਕਿਹਾ ਤੁਸੀਂ ਉਹਨਾਂ ਨੂੰ ਮੇਰੇ ਲਈ ਪ੍ਰਾਰਥਨਾ ਵੀ ਉਹਨਾਂ ਤੋਂ ਮੇਰੇ ਲਈ ਕਰਵਾਇਓ। ਤੇ ਮੰਮੀ ਕਹਿੰਦੇ ਠੀਕ ਆ ਮੈਂ ਜ਼ਰੂਰ ਜਾਊਂਗੀ। ਮੰਮੀ ਕਹਿੰਦੇ ਮੈਨੂੰ ਕਿੰਨੀਆਂ ਚੌਂਕੀਆਂ ਭਰਨੀਆਂ ਪਊਗੀਆਂ
ਤੇ ਮੈਂ ਕਿਹਾ ਮਮਾ ਤੁਸੀਂ ਇੱਕ ਵਾਰੀ ਜਾ ਕੇ ਤਾਂ ਦੇਖੋ। ਜਦੋਂ ਮੇਰੇ ਮੰਮੀ ਖਾਂਬਰਾ ਚਰਚ ਗਏ ਤਾਂ ਉੱਥੇ ਬਹੁਤ ਲੋਕਾਂ ਦੀਆਂ ਗਵਾਹੀਆਂ, ਲੋਕੀ ਬੱਚੇ ਚੱਕ ਕੇ ਗਵਾਹੀਆਂ ਦੇ ਰਹੇ ਸੀ, ਲੋਕਾਂ ਨੂੰ ਸ਼ਿਫਾ ਮਿਲ ਰਹੀ ਸੀ, ਲੋਕੀ ਬਹੁਤ ਖੁਸ਼ ਉੱਤੇ। ਤੇ ਮੰਮੀ ਕਹਿੰਦੇ ਸੱਚਮੁੱਚ ਤੂੰ ਮੈਨੂੰ ਬਹੁਤ ਵਧੀਆ ਜਗ੍ਹਾ ਭੇਜਿਆ, ਉੱਥੇ ਤਾਂ ਜਿਉਂਦਾ ਜਾਗਦਾ ਪਰਮੇਸ਼ਵਰ ਆ, ਕਹਿੰਦੇ ਉੱਥੇ ਲੋਕ ਬਹੁਤ ਖੁਸ਼ ਆ। ਤੇ ਮੇਰੇ ਮੰਮੀ ਜਿੱਦਾਂ ਰੈਗੂਲਰ ਮੇਰੇ ਲਈ ਜਾਣ ਲੱਗ ਗਏ। ਫਿਰ ਪਾਸਟਰ ਅੰਕੁਰ ਨਰੂਲਾ ਜੀ ਨੇ ਬੁਲਾ ਕੇ ਉਹਨਾਂ ਨੂੰ ਕਿਹਾ ਕਿ ਜਿੱਦਾਂ ਜਿਨ੍ਹਾਂ ਭੈਣਾਂ ਦੇ ਬੇਬੀ नहीं हैगा तुसी स्टेज ते आण। जिनको यूट्रस प्रॉब्लम है जल्दी पुलपिट पे आने की कोशिश करो। जिनको यूट्रस प्रॉब्लम है जल्दी पुलपिट के नजदीक आने की कोशिश करो। बस अगले 21 दिनों तक जो परमेश्वर ने मुझसे कहा मैं आपको बोल रहा हूँ, अगले 21 दिन आपने रोजे रख के प्रार्थना करनी है। और 21 दिन आपने सिर्फ चंगाई के लिए नहीं, आपने इस बात के लिए प्रार्थना करनी है कि परमेश्वर जो भी कमी आपकी जिंदगी में उसे आपको दिखाए। आप अपनी जो चुन्नी, आप जिस चुन्नी पे आपने दोनों हाथ रखे हुए, इसके साथ आपने 21 दिन प्रेयर करनी है। अभी मैं इसको अभिषेक करने वाला हूं। 21 दिन प्रार्थना करने के बाद आपकी स्टोरी चेंज होगी। 21 दिन प्रेयर करने के बाद जब आप डॉक्टर के पास वापस जाने वाले हैं, आपकी रिपोर्ट सेम नहीं होगी यीशु मसीह के नाम में। ਤੇ ਮੇਰੇ ਮੰਮੀ ਨੇ ਮੇਰੀ ਜਗ੍ਹਾ ਸਿਰ ਤੇ ਦੁਪੱਟਾ ਲੈ ਕੇ ਆਪਣੇ ਪੇਟ ਤੇ ਲਗਾਇਆ। ਤੇ ਮੈਨੂੰ ਜਦੋਂ ਘਰ ਵਾਪਸ ਮੰਮੀ ਸ਼ਾਮ ਨੂੰ ਆਏ ਤੇ ਉੱਥੇ ਦਿਨ ਚੜਿਆ ਹੋਇਆ ਸੀਗਾ, ਮੈਨੂੰ ਫੋਨ ਕੀਤਾ। ਮੰਮੀ ਕਹਿੰਦੇ ਕਿ ਇੱਦਾਂ ਦਾ ਪਾਪਾ ਨੇ ਕਿਹਾ ਕਿ 21 ਦਿਨ ਫਾਸਟਿੰਗ 'ਚ ਜਾਓ। ਤੇ ਮੈਂ 21 ਦਿਨ ਫਾਸਟਿੰਗ ਕੀਤੀ। ਉਸ ਤੋਂ ਬਾਅਦ ਮੈਂ ਜਦੋਂ 21 ਦਿਨ ਰੋਜ਼ੇ ਰੱਖੇ, ਪ੍ਰਾਰਥਨਾ ਕਰਦੀ ਰਹੀ ਤੇ ਵਚਨ ਪੜ੍ਹਦੀ ਰਹੀ। ਜਦੋਂ 21 ਦਿਨ ਪੂਰੇ ਹੋ ਗਏ ਤਾਂ ਮੈਂ ਅਲਟਰਾਸਾਊਂਡ ਕਰਵਾਇਆ। ਅਲਟਰਾਸਾਊਂਡ ਦੇ ਵਿੱਚ ਮੇਰੇ ਬਿਲਕੁਲ ਯੂਟਰਸ ਨਾਰਮਲ ਹੋ ਗਈ। ਫਿਰ ਜਦੋਂ ਮੇਰੀ ਅਲਟਰਾਸਾਊਂਡ ਦੀ ਰਿਪੋਰਟ ਆਈ, ਮੈਂ ਆਪਣੇ ਹਸਬੈਂਡ ਨਾਲ ਸ਼ੇਅਰ ਕੀਤਾ। ਮੈਂ ਆਪਣੇ ਹਸਬੈਂਡ ਨੂੰ ਜਦੋਂ ਕੰਮ ਤੋਂ ਆਏ ਮੈਂ ਦੱਸਿਆ, ਮੈਂ ਕਿਹਾ ਮੇਰੀ ਯੂਟਰਸ ਬਿਲਕੁਲ ਨਾਰਮਲ ਹੋ ਗਈ। ਮੇਰੇ ਹਸਬੈਂਡ ਬਲੀਵ ਨਹੀਂ ਕਰ ਰਹੇ ਸੀ। ਫਿਰ ਜਦੋਂ ਅਸੀਂ ਡਾਕਟਰ ਦੇ ਗਏ, ਮੇਰੇ ਹਸਬੈਂਡ ਨੇ ਆਪ ਰਿਪੋਰਟ ਦੇਖੀ, ਡਾਕਟਰ ਨਾਲ ਗੱਲ ਕੀਤੀ। ਡਾਕਟਰ ਖੁਦ ਹੈਰਾਨ ਪਰੇਸ਼ਾਨ ਹੋ ਗਏ। ਉਹ ਕਹਿੰਦੇ ਇੱਦਾਂ ਕਿੱਦਾਂ ਹੋ ਗਿਆ। ਤੇ ਮੇਰੇ ਹੱਥ 'ਚ ਬਾਈਬਲ ਸੀ, ਮੈਂ ਬਾਈਬਲ ਹੱਥ 'ਚ ਫੜ ਕੇ ਦੱਸਿਆ, ਮੈਂ ਕਿਹਾ ਮੈਂ ਜੀਸਸ ਕ੍ਰਾਈਸਟ ਨੂੰ ਮੰਨਦੀ ਹਾਂ, ਮੇਰਾ ਡਾਕਟਰ ਜੀਸਸ ਆ। ਮੈਂ ਕਿਹਾ ਮੈਨੂੰ ਪ੍ਰਭੂ ਯਿਸੂ ਮਸੀਹ ਨੇ ਛੁਟਕਾਰਾ ਦਿੱਤਾ, ਮੈਨੂੰ ਬਿਮਾਰੀ ਦੇ ਵਿੱਚੋਂ ਆਜ਼ਾਦ ਕੀਤਾ। ਤੇ ਮੈਂ ਆਪਣੀ ਮੰਮਾ ਨੂੰ ਇੱਥੇ ਇੰਡੀਆ ਫੋਨ ਕੀਤਾ, ਮੰਮਾ ਨੂੰ ਵੀ ਗੁੱਡ ਨਿਊਜ਼ ਦਿੱਤੀ। ਮੰਮਾ ਮੇਰੇ ਬਹੁਤ ਖੁਸ਼ ਹੋ ਗਏ। ਫਿਰ ਮੇਰਾ ਪਰਮੇਸ਼ਵਰ 'ਤੇ ਬਹੁਤ ਜ਼ਿਆਦਾ ਵਿਸ਼ਵਾਸ ਹੋਰ ਵੱਧ ਗਿਆ। ਮੈਂ ਹੋਰ ਪ੍ਰੇਅਰ ਕਰਨੀ ਸ਼ੁਰੂ ਕਰ ਦਿੱਤੀ ਤੇ ਬਾਈਬਲ ਪੜ੍ਹਨੀ ਸ਼ੁਰੂ ਕਰ ਦਿੱਤੀ। ਮੈਨੂੰ ਪਰਮੇਸ਼ਵਰ ਨੇ ਫਿਰ ਉਹਨਾਂ ਦਿਨਾਂ ਦੇ ਵਿੱਚ ਬੇਬੀ ਦੀ ਬਰਕਤ ਦਿੱਤੀ। ਮੇਰੀ ਬੇਬੀ ਗਰਲ ਹੋਈ ਆ। ਮੈਂ ਪਰਮੇਸ਼ਵਰ ਦਾ ਬਹੁਤ ਧੰਨਵਾਦ ਕਰਦੀ ਹਾਂ ਕਿ ਪ੍ਰਭੂ ਯਿਸੂ ਮਸੀਹ ਨੇ ਮੇਰੀ ਜ਼ਿੰਦਗੀ ਦੇ ਵਿੱਚ ਕਿੰਨਾ ਵੱਡਾ ਚਮਤਕਾਰ ਕੀਤਾ। ਮੈਂ ਧੰਨਵਾਦ ਕਰਦੀ ਹਾਂ ਉਸ ਯਿਸੂ ਮਸੀਹ ਦਾ, ਜ਼ਿੰਦਾ ਪਰਮੇਸ਼ਵਰ ਦਾ। ਮੇਰੇ 8 ਸਾਲ ਕੋਈ ਬੇਬੀ ਨਹੀਂ ਸੀ। 1 ਮੰਥ ਦੇ ਵਿੱਚ, ਵਿਦਿਨ ਵੀਕ ਦੇ ਵਿੱਚ ਮੈਂ ਪ੍ਰੈਗਨੈਂਟ ਹੋ ਗਈ। ਜਦੋਂ ਅਸੀਂ ਫਾਸਟਿੰਗ ਤੋਂ ਬਾਅਦ ਜਦੋਂ ਮੈਂ ਪ੍ਰਾਰਥਨਾ ਕਰਨੀ ਸ਼ੁਰੂ ਕਰ ਦਿੱਤੀ ਤੇ ਉਸੇ ਮਹੀਨੇ ਦੇ ਵਿੱਚ ਮੈਂ ਪ੍ਰੈਗਨੈਂਟ ਹੋ ਗਈ। ਮੈਂ ਇਸ ਬਲੈਸਿੰਗ ਦਾ ਬਹੁਤ ਜ਼ਿਆਦਾ ਧੰਨਵਾਦ ਕਰਦੀ ਹਾਂ ਆਪਣੇ ਪਿਤਾ ਪਰਮੇਸ਼ਵਰ ਦਾ, ਯਿਸੂ ਮਸੀਹ ਦਾ, ਔਰ ਮੈਂ ਪਾਸਟਰ ਅੰਕੁਰ ਨਰੂਲਾ ਜੀ ਦਾ ਔਰ ਖਾਂਬਰਾ ਚਰਚ ਸਾਰੀ ਕਲੀਸਿਆ ਦਾ ਧੰਨਵਾਦ ਕਰਨਾ ਚਾਹੁੰਦੀ ਹਾਂ, ਕਿਉਂਕਿ ਮੇਰੀ ਆਸ ਟੁੱਟ ਚੁੱਕੀ ਸੀਗੀ। ਮੈਨੂੰ ਬਹੁਤ ਜ਼ਿਆਦਾ ਬਰਕਤ ਮਿਲੀ ਆ। ਮੈਂ ਸਾਰੇ ਭੈਣ ਭਰਾਵਾਂ ਨੂੰ ਧੰਨਵਾਦ ਕਰਦੀ ਹਾਂ। ਮੈਂ ਸਾਰੇ ਭੈਣ ਭਰਾਵਾਂ ਨੂੰ ਮੈਸੇਜ ਦੇਣਾ ਚਾਹੁੰਦੀ ਹਾਂ ਕਿ ਮੇਰੇ ਵਾਂਗੂ ਸ਼ਾਇਦ ਹੋਰ ਵੀ ਕੋਈ ਭੈਣਾਂ ਇਸ ਮੁਸੀਬਤ 'ਚ ਫਸੀਆਂ ਹੋਣ, ਕਿਉਂਕਿ ਮੈਨੂੰ ਪਤਾ ਹੈ ਜਦੋਂ ਬੱਚਾ ਨਹੀਂ ਹੁੰਦਾ ਤੇ ਲੇਡੀਜ਼ ਦੇ ਉੱਤੇ ਕਿੰਨਾ ਦੁੱਖ ਹੁੰਦਾ ਆ। ਕਿਉਂਕਿ ਮੈਂ ਬਹੁਤ ਜ਼ਿਆਦਾ ਦੁੱਖ ਦੇ ਵਿੱਚ ਸੀ, ਪਰੇਸ਼ਾਨੀ 'ਚ ਸੀ। ਲੋਕ ਮੈਨੂੰ ਬਾਂਝ ਵੀ ਕਹਿ ਦਿੰਦੇ ਸੀਗੇ। ਕਈ ਵਾਰੀ ਲੋਕ ਮੇਰੇ ਤੋਂ ਦੇਖ ਕੇ ਬੱਚਾ ਵੀ ਛੁਪਾ ਲੈਂਦੇ ਸੀ ਔਰ ਮੈਂ ਬਹੁਤ ਰੋਂਦੀ ਹੁੰਦੀ ਸੀਗੀ। ਮੈਂ ਤੁਹਾਨੂੰ ਸਾਰਿਆਂ ਨੂੰ ਦੱਸਣਾ ਚਾਹੁੰਦੀ ਹਾਂ ਕਿ ਯਿਸੂ ਮਸੀਹ ਜਿਹੜਾ ਆ ਉਹ ਜਿਉਂਦਾ ਜਾਗਦਾ ਪਰਮੇਸ਼ਵਰ ਆ। ਪ੍ਰਭੂ ਦੇ ਵਚਨ 'ਚ ਲਿਖਿਆ ਆ ਕਿ ਮੈਂ ਬਾਂਝ ਔਰਤ ਦਾ ਘਰ ਵਸਾਉਂਦਾ ਆ ਤੇ ਸੰਤਾਨ ਦੇ ਕੇ ਉਹਨੂੰ ਖੁਸ਼ੀ ਦਿੰਦਾ ਆ। ਤੇ ਇੱਦਾਂ ਹੀ ਮੈਂ ਤੁਹਾਨੂੰ ਦੱਸਣਾ ਚਾਹੁੰਦੀ ਹਾਂ ਕਿ ਤੁਸੀਂ ਵੀ ਬਾਈਬਲ ਪੜ੍ਹੋ, ਤੁਸੀਂ ਵੀ ਇੱਦਾਂ ਹੀ ਬਰਕਤ ਪ੍ਰਾਪਤ ਕਰ ਸਕਦੇ ਆ ਕਿ ਤੁਹਾਨੂੰ ਵੀ ਬੇਬੀ ਮਿਲ ਸਕੇ। ਮੈਂ ਸਾਰਿਆਂ ਨੂੰ ਇਹ ਮੇਰੇ ਵੱਲੋਂ ਮੈਸੇਜ ਆ, ਸਾਰਿਆਂ ਨੂੰ ਏਜੰਸੀ ਦੀ।